ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਦਰਸ਼ਨ ਪਿਆਸੀ ਦਿਨ ਰਾਤ, ਚਿਤਵੋ ਅੰਧਿਨ ਨੀਤ। ਹੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸਾਜਨ ਤੇਰੇ ਚਰਨ ਕੀ, ਹੋਏ ਰਾਹ ਸਰ ਤੂਰ। ਨਾਨਕ ਸ਼ਰਨ ਤੁਹਾਰੀਆ, ਦੇਖੋ ਸਦਾ ਹਜੂਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਦੂਜਾ। ਨਿਫਲੰ ਤਸ ਜਨਮਸ ਜਾਵਤ, ਬ੍ਰਹਮ ਨ ਬਿੰਦਤੇ। ਸਾਗਰੰ ਸੰਸਾਰਸ, ਗੁਰ ਪ੍ਰਸਾਦੀ ਤਰਹਿ ਕੇ। ਨਿਫਲੰ ਤਸ ਜਨਮਸ ਜਾਵਤ, ਬ੍ਰਹਮ ਨ ਬਿੰਦਤੇ। ਸਾਗਰੰ ਸੰਸਾਰਸ, ਗੁਰ ਪ੍ਰਸਾਦੀ ਤਰਹਿ ਕੇ। ਕਰਨ ਕਾਰਨ ਸਮਰੱਥ ਹੈ, ਓ ਨਾਨਕ ਵਿਚਾਰ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਤਾਰ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਪ ਜੀ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਦੂਜਾ। ਨਿਫਲੰ ਤਸ ਜਨਮਸ ਜਾਵਤ, ਬ੍ਰਹਮ ਨ ਬਿੰਦਤੇ। ਸਾਗਰੰ ਸੰਸਾਰਸ, ਗੁਰ ਪ੍ਰਸਾਦੀ ਤਰਹਿ ਕੇ। ਕਰਨ ਕਾਰਨ ਸਮਰੱਥ ਹੈ, ਜਿਨ ਕਲ ਰੱਖੀ ਧਾਰ।
ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਤਾਰ। ਇਹ ਪਵਿੱਤਰ ਸ਼ਬਦ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 148 ਉੱਪਰ ਸੁਭਾਏਮਾਨ ਹੈ। ਜਿਸ ਤਰ੍ਹਾਂ ਪਿੱਛੇ ਵਿਚਾਰ ਚੱਲੀ ਸੀ, ਧੰਨ ਗੁਰੂ ਨਾਨਕ ਦੇਵ ਜੀ ਨੇ ਨਾਮ ਦੀ ਮਹਿਮਾ ਦੱਸੀ ਕਿ ਬੰਦੇ ਨੂੰ ਨਾਮ ਦੀ ਕਿੰਨੀ ਲੋੜ ਹੈ। ਜਿਵੇਂ ਮਾਰੂ ਇਲਾਕੇ ਨੂੰ ਮੀਂਹ ਦੀ ਲੋੜ ਹੈ, ਇਸੇ ਤਰ੍ਹਾਂ ਸਾਡੇ ਇਸ ਤਪਦੇ ਹਿਰਦੇ ਨੂੰ ਠਾਰਨ ਲਈ ਨਾਮ ਦੀ ਲੋੜ ਹੈ। ਕੱਲ ਹੁਕਮਨਾਮਾ ਵੀ ਆਇਆ ਸੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਦੁਨੀਆ ਸੜ ਬਲ ਰਹੀ ਹੈ, ਇਹਨੂੰ ਬਚਾ ਲੈ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮੇਸ਼ਰ ਦੇ ਕੋਲ ਗਏ, ਉਹਨਾਂ ਤੋਂ ਨਾਮ ਦੀ ਦਾਤ ਲੈ ਕੇ ਆਂਦੀ, ਸੰਸਾਰ ਦੇ ਵਿੱਚ ਵੰਡੀ। ਪਹਿਲਾਂ ਉਹਨਾਂ ਨੇ ਆਪ ਉਸ ਤੇ ਅਰਾਧਨਾ ਕੀਤੀ। ਕਹਿੰਦੇ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅਕ ਆਹਾਰ ਕਾ ਰੋੜਾਂ ਦੀ ਗੁਰ ਕਰੀ ਵਿਛਾਈ। ਖਾਣਾ ਅਕ ਆਹਾਰ ਕਾ ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ। ਪਰਮੇਸ਼ਰ ਨਾਲ ਇੱਕਮਿਕ ਹੋ ਗਏ। ਦਿਵ ਦ੍ਰਿਸ਼ਟੀ ਉਹਨਾਂ ਦੀ ਸੰਸਾਰ ਦੇ ਨਾਲ ਜੁੜ ਗਈ। ਘਰੇ ਬੈਠੇ ਸੰਸਾਰ ਨੂੰ ਐਦਾਂ ਵੇਖ ਰਹੇ ਆ ਜਿਵੇਂ ਕੋਈ ਹਥੇਲੀ ਉੱਪਰੇ ਔਲਾ ਧਰ ਕੇ ਦੇਖੇ। ਤਾਂ ਜਦ ਸੰਸਾਰ ਉਹਨਾਂ ਦੀ ਦ੍ਰਿਸ਼ਟੀ ਵਿੱਚ ਆਇਆ ਤੇ ਉਹਨਾਂ ਨੇ ਕੀ ਦੇਖਿਆ? ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ। ਬਾਬਾ ਵੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਦੁਨੀਆ ਸੜਦੀ ਬਲਦੀ ਦਿਸੀ। ਚੱਲਿਆ ਸੋਧਣ ਧਰਤ ਲੁਕਾਈ। ਫਿਰ ਇਹ ਸੜਦੀ ਬਲਦੀ ਦੁਨੀਆ ਨੂੰ ਨਾਮ ਦਾ ਛਿੱਟਾ ਪਾ ਕੇ ਠਾਰਿਆ। ਸੁਖ ਦਿੱਤਾ, ਸ਼ਾਂਤੀ ਦੱਸੀ, ਮਾਰਗ ਦਰਸ਼ਨ ਕੀਤਾ। ਤਾਂ ਜਿਸ ਵੇਲੇ ਅਕਾਲ ਪੁਰਖ ਦੇ ਸਾਹਮਣੇ ਸਤਿਗੁਰੂ ਹਾਜ਼ਰ ਹੁੰਦੇ ਨੇ, ਦੂਸਰੀ ਵਾਰ ਫਿਰ ਜਾਂਦੇ ਆ। ਜਦੋਂ ਸਮੇਰ ਪਰਬਤ ਦੀ ਯਾਤਰਾ ਕਰਦੇ ਆ ਤਾਂ ਇਹ ਸ਼ਬਦ ਸਾਹਮਣੇ ਉਚਾਰਨ ਕਰਦੇ ਆ ਪਰਮੇਸ਼ਰ ਦੇ ਕਿ ਦੁਨੀਆ ਸੜ ਬਲ ਰਹੀ ਹੈ, ਇਹਨੂੰ ਤਾਰੋ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿੱਤ ਦੁਆਰੈ ਉਭਰੈ ਤੇਤੈ ਲਿਹੋ ਉਭਾਰ। ਤੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਸਾਨੂੰ ਸਾਡੇ ਸਤਿਗੁਰੂ ਪਰਮੇਸ਼ਰ ਨੇ ਕੀ ਦੱਸਿਆ? ਨਾਨਕ ਅਵਰ ਨ ਸੋਝੀ ਗੁਰਬਿਨ ਬਖਸ਼ਨਹਾਰ। ਸ਼ਬਦ ਦੀ ਵਿਚਾਰ ਕਰ ਲਓ। ਬਾਣੀ ਵਿੱਚ ਤੁਹਾਡੀ ਜੀਵਨ ਜਾਂਚ ਲਿਖੀ ਹੈ। ਜਿਵੇਂ ਬਾਣੀ ਕਹਿੰਦੀ ਹੋ ਮੈਂ ਚੱਲ ਪੋ ਸ਼ਾਂਤੀ ਆ ਜਾਊਗੀ। ਮਨੁੱਖਾ ਜਾਮੇ ਦੀ, ਮਾਨਸ ਜਾਮੇ ਦੀ ਜੀਵਨ ਜਾਂਚ ਇਹ ਕਿਵੇਂ ਸਹੀ ਚੱਲ ਸਕਦਾ ਹੈ, ਕਿਵੇਂ ਸੁਖੀ ਰਹਿ ਸਕਦਾ ਹੈ, ਇਹਦੀ ਜਾਣਕਾਰੀ ਗੁਰਬਾਣੀ 'ਚ। ਜਿਵੇਂ ਕੋਈ ਮਨੁੱਖ ਸੰਸਾਰੀ ਕੋਈ ਫੈਕਟਰੀ ਵਾਲਾ ਗੱਡੀ ਬਣਾ ਕੇ ਉਹ ਵਧੀਆ ਲੰਮਾ ਸਮਾਂ ਕਿਵੇਂ ਕੱਢ ਸਕਦੀ ਹੈ, ਉਹਦੀ ਇੱਕ ਗਾਈਡ ਲਿਖਦੇ ਆ, ਕਿਤਾਬ ਲਿਖਦੇ ਆ ਵੀ ਇਹਨੂੰ ਆਹ ਚੀਜ਼ ਚਾਹੀਦੀ ਆ, ਤੇਲ ਚਾਹੀਦਾ, ਇੰਨੇ ਸਮੇਂ ਬਾਅਦ ਸਰਵਿਸ ਵੀ ਚਾਹੀਦੀ ਆ। ਇਹ ਕੋਈ ਉਹਦੇ ਮੁਤਾਬਕ ਕਰਾਈ ਜਾਵੇ ਤੇ ਗੱਡੀ ਲੰਮਾ ਸਮਾਂ ਕੱਢ ਜਾਂਦੀ ਆ। ਇਸੇ ਤਰ੍ਹਾਂ ਪਰਮੇਸ਼ਰ ਨੇ ਮਨੁੱਖਾ ਸਰੀਰ ਸਾਜਿਆ, ਫਿਰ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਦੁਨੀਆ ਵਿੱਚ ਆਏ ਗੁਰੂ ਨਾਨਕ ਦਾ ਰੂਪ ਧਾਰ ਕੇ, ਦੂਸਰਾ ਰੂਪ ਧਾਰ ਕੇ, ਸਰਗੁਣ ਰੂਪ ਧਾਰ ਕੇ। ਫਿਰ ਦੁਨੀਆ ਨੂੰ ਦੱਸਿਆ ਵੀ ਇਹ ਜਿਹੜਾ ਮਨੁੱਖ ਜਨਮ ਹੈ ਬੜਾ ਕੀਮਤੀ ਆ, ਇਹਦੇ ਨਾਲ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਅਗਰ ਤੁਸੀਂ ਇਸ ਗੁਰਬਾਣੀ ਦੇ ਮੁਤਾਬਕ ਚੱਲੋਗੇ ਤਾਂ ਤੁਸੀਂ ਸੁਖੀ ਵਸੋਗੇ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ। ਸ਼ਬਦ ਦੀ ਵਿਚਾਰ ਕਰ ਲਓ। ਨਾਨਕ ਅਵਰ ਨ ਸੋਝੀ, ਹੋਰ ਕੋਈ ਢੰਗ ਨਹੀਂ।
सिरे तो गल कटदी, होर कोई ढंग नहीं हैगा, कोई उपाय नहीं। हर बिन बख्शनहार हरि ही तहानू ये सुख दे सकता है। जिन्हें वाडी बनाई आ, जिन्हें शरीर बनाया, इनू सुखी करन दा ढंग हरि दे दूसरे रूप गुरु नानक देव जी ने दसना कीता। को सतनाम श्री दुनिया नू आके मार्गदर्शन किया। तो कल आपां सतगुरु पातशाह जी कोलों नाम की महिमा सरवण कीती सी। फिर अगला शब्द आपां आरंभ कीता सी जो कुछ बाकी आ कि जे नाम ना जपे, नाम नाल ना जुड़े तो फिर बंदे की हालत की आ। तो फिर ये बचन सिखां ने सतगुरु अंगद देव जी नाल कीते सन। तो सतगुरु अंगद देव जी सिखां दे इन्हां सवालों का जवाब इउं दिंदे हन। महला दूजा नेफलंग तस जन्मस, तस भाव उन्हां दा, उन्हां दा जन्मना नेफल है, दुनिया विच आउणा नेफल है। जिन हर हिरदय नाम न बसियो, तिन मात कीजै हर बांझा। तिन सुन्नी देह फिरै बिन नावै, ओए खपखा मोए करांझा। मेरे मन जप राम नाम हर माझा। माझा का अर्थ बहुत है। माझा इलाका भी है, माझा बिच भी है, माझा अंब मिठा भी है। कहो सतनाम श्री। तो ये परमेश्वर का नाम जो साडे विच है, मिठा है, इसनू जानना करिए। नहीं तो फिर नेफल है जमन दे। नेफलंग तस जन्मस जावत, जावत जिन्ना चिर ब्रह्म ना बिंदते, ब्रह्म की खोज नहीं करते, ब्रह्म के बारे जानते नहीं। ते तुसी सारे ब्रह्म हो, शरीर नहीं आपां सारे, आपां सारे ब्रह्म हाँ। ते साडा असला पार ब्रह्म है। आपां बूंद हाँ ते वो सागर है। आपां सागर दे विचों बूंद बन के दुनिया विच आ गए। हुण इस बूंदां ने इकट्ठियां होके वापस सागर विच मिलना। जे तू बहुता ही सियाणा है तो सतगुरु तेग बहादुर जी कहते चतुर सुजान है। जे तू बहुत सियाणा है ना, अपना मूल पछाण, अपने मुੱਢ ਨੂੰ जान। ਸਲੋਕਾਂ ਵਿੱਚ ਕਹਿੰਦੇ ਜਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਜਿੱਥੋਂ ਪੈਦਾ ਹੋਇਆ ਵਾਪਸ ਉੱਥੇ ਸਮਾ। ਹੁਣ ਉੱਥੇ ਸਮਾਉਣ ਦੇ ਵਾਸਤੇ ਸਾਨੂੰ ਗੁਰੂ ਨੂੰ ਪੁੱਛਣਾ ਪੈਣਾ। ਆਪਾਂ ਤਾਂ ਭੁੱਲ ਗਏ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਜਿੱਦੇ ਆਪਣਾ ਜਨਮ ਹੋਇਆ ਉਦੋਂ ਹੀ ਆਪਾਂ ਭੁੱਲ ਗਏ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਲਿਵ ਟੁੱਟ ਗਈ। ਔਰ ਜਿੱਥੇ ਅਸੀਂ ਜੰਮਣ ਤੋਂ ਪਹਿਲਾਂ ਜੁੜੇ ਸੀਗੇ ਉੱਥੋਂ ਟੁੱਟ ਗਏ ਤੇ ਦੁਨੀਆ ਨਾਲ ਜੁੜ ਗਏ। ਬਸ ਫਿਰ ਜੁੜਦੇ ਹੀ ਗਏ, ਜੁੜਦੇ ਗਏ ਤੇ ਅਸਲੇ ਨੂੰ ਭੁੱਲ ਗਏ ਤੇ ਅਖੀਰ 100 ਸਾਲ ਤੱਕ ਦੇ ਹੋ ਕੇ ਮਰ ਗਏ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖਾ ਇਉਂ ਬੇਨਤੀ ਕਰਿਆ ਕਰ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਜਿਹੜਾ ਸਿਮਰਨ ਮੈਂ ਮਾਂ ਦੇ ਗਰਭ ਵਿੱਚ ਕਰਦਾ ਸੀ 9 ਮਹੀਨੇ, ਉਸ ਭਿਆਨਕ ਅੱਗ ਦੇ ਵਿੱਚ ਜਿਹੜੇ ਨਾਮ ਨੇ ਮੈਨੂੰ ਬਚਾਇਆ, ਉਸੇ ਨਾਮ ਨੇ ਪ੍ਰਹਿਲਾਦ ਨੂੰ ਅੱਗ 'ਚੋਂ ਬਚਾਇਆ। ਉਸੇ ਨਾਮ ਨੇ ਪ੍ਰਹਿਲਾਦ ਨੂੰ, ਜਿਸ ਦੇ ਪਿਤਾ ਨੇ ਉਹਨੂੰ ਮਾਰਨਾ ਚਾਹਿਆ, ਚਿਖਾ ਦੇ ਵਿੱਚ ਰੱਖ ਕੇ ਅੱਗ ਲਾ ਦਿੱਤੀ, ਉਸੇ ਨਾਮ ਨੇ ਬਚਾਇਆ। ਉਸੇ ਨਾਮ ਨੇ ਮਾਂ ਦੇ ਗਰਭ ਵਿੱਚ ਬਚਾਇਆ। ਤੇ ਉਹੀ ਨਾਮ ਹੁਣ ਸਾਨੂੰ ਦੁਬਾਰਾ ਫਿਰ ਚਾਹੀਦਾ। ਮਾਂ ਦੇ ਗਰਭ ਵਿੱਚ ਤਾਂ ਆਪਾਂ ਕੋਈ ਅੱਖਰ ਨਹੀਂ ਸੀ ਬੋਲਦੇ, ਬਸ ਡਾਇਰੈਕਟ ਉਹਦੇ ਨਾਲ ਸਾਡਾ ਧਿਆਨ ਜੁੜਿਆ ਹੋਇਆ ਸੀਗਾ। ਉਹ ਧਿਆਨ ਟੁੱਟ ਗਿਆ। ਹੁਣ ਉਹ ਧਿਆਨ ਦੁਬਾਰਾ ਕਿਤੇ ਗੁਰੂ ਕਿਰਪਾ ਕਰ ਦੇਵੇ, ਸਾਨੂੰ ਲੱਭ ਜਾਵੇ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਕਹਿਣ ਤੋਂ ਪਰੇ ਹੈ ਗੱਲ, ਉਹ ਅੱਖਰਾਂ ਤੋਂ ਬਾਹਰ ਹੈ, ਅੱਖਰਾਂ ਵਿੱਚ ਨਹੀਂ ਹੈ, ਅੱਖਰਾਂ ਤੋਂ ਪਰੇ ਹੈ। ਉੱਥੇ ਅੱਖਰ ਖਤਮ ਹੈ ਜਿੱਥੇ ਧਿਆਨ ਜੁੜ ਗਿਆ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਜਿਹਨੇ ਜਾਣਿਆ ਉਸੇ ਨੂੰ ਪਤਾ। ਇਹ ਕਹਿਣ ਤੋਂ ਬਾਹਰ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ,
पूछे ते क्या कहिए। जिवें गूंगा गुड़ खावे ते असीं पुछीए भी किहो जिहा लग्गिआ। चलो गूंगा तो दस नहीं सकता, वो कच्छा मार के कह दू भी बहुत वधिया। ते बोलण वाले नूं पुछे भी किहो जिहा लग्गिआ, वो कह दूगा मिठा। ते अगला जवाब उहदे कोले भी है नहीं गा भी मिठा किहो जिहा। 5-7 वारी पुछ लो किहो जिहा मिठा, ਉਹਦੇ ਕੋਲ कोई शब्द नहीं हैगा। वो कहूगा खा के वेख ला, मैनू नहीं पता, नाले पता है पर दस नहीं सकता। अकथ कथा कहण तो परे। सतगुरु अंगद दे महाराज जी कहने सिखो, नाम तो बगैर मनुखा जीवन बेकार है। जे गुरु वाले नहीं बनना निफलन जमना बेकार। तस जन्म सजावत ब्रह्म ना बिंदते। जिन्ना चिर उस ब्रह्म की, पार ब्रह्म की, परमेश्वर की खोज नहीं करते, उन्ना चिर सोडे जमण का कोई फायदा नहीं। रविदास भगत जी कहते हैं, केस जले जैसे घास का पूला, हाड़ जले जैसे लकड़ी का तूल्हा। शरीर साडा इदां ही मच जाना। धारना गाउंदे आ महापुरुष, पशुआं दे हड्ड विकदे, तेरा चमड़ा काम ना आवे। इसे तरह गुरु प्यारिओ, साडा तां शरीर भी किसी होर काम नहीं आउंदा, अग विच मचाउणा ही पैंदा। ते उस तो पहलां जे काम आ सकदा ते नाम जपण दे आ सकदा। कहो सतनाम सी। नाम जप के इस तो लाहा लिया जा सकदा। भई प्राप्त मानुख दे हुरिया, गोविंद मिल की एहो तेरी बरिया, नहीं तो फिर निफल है। सागरंग संसारस, सागर है संसार, सागर दी न्याई है। वो सागर पानी का भरिया, ये सागर अग का भरिया। कई तरह की अग मचदी है, काम दी, क्रोध दी, लोभ दी, हंकार दी, मोह ममता दी, विषय विकारां दी, आशा तृष्णा दी। ये सारिया अग्गां जड़ियां संसार दे विच हन। इन्हां चों निकलण दे वास्ते सानू लोड़ है गुर प्रसादी तरह के, गुरु दी किरपा लैण दी। ते जे गुरु साडे ते खुश हो गया, दात है दात रखी हथ अपना, तिस भावै जिस दिस देई। जिहड़ा उहनूं चंगा लग गया उहनूं दे दिंदा, पर शर्त है भी उहनूं खुश किवें करीए। किवें परमेश्वर दे दर ते प्रवान होईए, किव सचियारा होईए, किव कूड़ा टुटे पाल। किवें सच वाले बणीए, किवें साडे ते परमेश्वर दे विचालिओ पर्दा चक्किया जावे। पाल कंध, पहला छप्पड़ दीआं इट्टां पट के कंध कढ़दे सी, उहनूं पाली दी कंध कहंदे सी। ये पाल शब्द उत्थों ही बने। ये झूठ दी कंध साडे ते जिहड़े परमेश्वर दे विचाले आ गई, ये किवें टुटे। तो जवाब है हुक्म रजाई चलना, नानक लिखिया नाल हुक्म मुताबक। सानू हुक्म की समझ नहीं आई, वैसे तो साडे अंदर भी आउंदा। जदों कोई पुट्ठा सीधा काम करदे आ, आत्मा कहंदी नहीं गलत आ, उहनूं सुणदा नहीं। पर चलो जी अंदरला नहीं समझ आउंदा ते बाणी समझ तां आउंदी है ना। स्पष्ट लिख के रखता ले, आ इहनूं विचार ला। जे तैनूं अंदरों समझ नहीं आई, वैसे तेरे नाल भी है। चंगा काम करेगा अंदरों खुशी पैदा होगी, माड़ा करेगा अंदरों हुक्म आवेगा। पर कई बारी दूजे इन्ने भारू पै जाते हैं, पंजे विकार के बंदे तो धक्के नाल ही वो काम करवा देंगे आ। कोई सतनाम मगरों पछताउंदा भी आ तो गलत हो गया, जदों कि उसकी आत्मा पहलां भी आवाज़ां मारदी सी भी रहण दे। पर इन्हां दा खड़का इन्ना ज़्यादा सी, काम क्रोध हो रहा दा पंजां दा, ਉਹਦੀ ਵਿਚਾਰੇ ਦੀ आवाज़ ही दबती। कहो सतनाम श्री। हुक्म रजाई चलना नानक लिखिया नाल। वो कैसा हुक्म है, सिद्धा ने पूछया तो बाबा नानक जी कहते तेरे नाल ही है। किहो जिहा है? कहते मैं हुक्म के बारे की दसां। हुक्म ही होवने आकार, आ सारे हुक्म चों बने हैं। हुक्म ही होवने आकार, हुक्म ना कहया जाई। हुक्म ही होवन जी, हुक्म मिले वडियाई। हुक्म ही उत्तम नीच, हुक्म लिख दुख सुख पाई है। एक ना हुक्म ही बख्शीस, एक हुक्म ही सदा भवाई है। हुक्म ही अंदर सब को बाहर, हुक्म ना कोई। नानक हुक्म है जे बुझे तां उसदा की तेरे ते असर होवेगा। हौं मैं कहे ना कोई।
फिर हंकार खत्म हो जाएगा। हम मैं दीर्घ रोग है दारू पी इस माहे, नानक कृपा करे जी अपनी ਤਾਂ ਗੁਰ ਕਾ ਸ਼ਬਦ ਕਮਾਹੇ। ਮਤਲਬ ਉਹੀ ਹੁਕਮ ਸਾਡੇ ਕੋਲੇ ਗੁਰਬਾਣੀ ਦੇ ਰੂਪ ਦੇ ਵਿੱਚ ਵੀ ਹੈਗਾ। ਸ਼ਬਦ ਸਰੂਪ ਵੀ ਉਸ ਹੁਕਮ ਨੂੰ ਹੀ ਪਾਤਸ਼ਾਹ ਨੇ ਬਾਣੀ ਵਿੱਚ ਉਤਾਰ ਕੇ ਦੇਤਾ। ਅਨਪੜ੍ਹ ਆ ਨਾ ਆਪਾਂ, ਐਨੀ ਸਾਡੀ ਬਰੀਕ ਮੱਤ ਨਹੀਂ ਸੀ, ਮੋਟੀ ਮੱਤ ਹੈ। ਸਾਨੂੰ ਅੰਦਰਲੀਆਂ ਸੁਣਦੀਆਂ ਨਹੀਂ ਤੇ ਬਾਹਰ ਲਿਖ ਕੇ ਦੇ ਦਿੱਤਾ, ਲੈ ਕਹਿੰਦੇ ਆਹ ਪੜ੍ਹ ਲਿਆ ਕਰ। तो इस करके पातशाह जी कहते आ सिखा गुरु की कृपा ले लिए, गुर प्रसादी तरह के कर्ण कान समर्थ है। वो परिपूर्ण परमेश्वर परमात्मा जिन्हें सानू साजिया है, वो समर्थ है, सर्व कला समर्थ है। वो जो चाहे सो कर सकता है। पातशाह जी बचन सुन रहे है, सिख बाणी पढ़ रहा है, तो एक राजे ने आके मत्था टेकिया ते कुदरती उस वेले शब्द पढ़िया सिख ने, लेख न मिटी है सखी जो लिखिया करतार। साखी तुसी जानते हो, मैं विस्तार विच ना जावां। ते अखीर वो राजे नूं भरम पै गया, ते ओदा भरम जिहड़ा सतगुरु अर्जन देव जी ने कढ़िया भी लेख होर नहीं किते मिटदे, वो भोगने पैंदे आ, पर इत्थे आके गुरु बदल सकदा, सूली दी सूल बना सकदा। सतगुर आयो शरण तुहारी, मिलै सुख नाम हर सोभा, चिंता लाहे हमारी। लेखा छोड़ अलेखा छूटै, जे हिसाब किताब कर लग्या फिर नहीं मैं छुटदा, फिर तो मेरे बहुत ज़्यादा माड़े कर्म है। पर जे तू कृपा करे तो हिसाब किताब नूं पासे धर के बख्श लवे तो तेरी वडियाई है। कर्ण कान समर्थ है कहो नानक विचार। आ नानक उस परमेश्वर की विचार करिए जिहड़ा सर्व कला समर्थ है। लेखा छोड़ अलेखा छूटे, हम निर्गुण लेहो उभारी। मैनू औगण हारे नू निर्गुण गुण है ही कोई नहीं, गुणा तो खाली निर्गुण। हम निर्गुण लेहो उभारी, उभारी खिंच के बाह फड़ के कढ़ ले। कोई डग्गी विच डिग्गिया, कोई पानी च डिग्गिया, उहदी कोई वाह नहीं चलती। हुण तां बाहर पत्तन ते खड़ा जिहड़ा है उही कुछ करे तो उहनूं कढ सकदा, नहीं तो डुब गया। तो उही हालत अपनी, आपां डुब रहे हैं। गुरु नूं बेनती करिए तो कढ सकदा है, उहदे कोले पावर है। वो आप तरिया होरां नूं भी तारन वाला है। प्रीतम जी कहंदे कारण करण कारण समर्थ है। कारण कारण सानू बनाउण वाला, मेहरबान सह मेहरबान जी सगल को दे दान। तू काहे डोले प्राणियां तुध राखेगा सिरजनहार। केड़ा जिन पैदाइश तू किया, जिने तेनू पैदा किया उही बचाऊगा। जिन पैदाइश तू किया सोई दे उधार। ते तेरा की काम है कर बंदे तो बंदगी जिचर घट मैं साहो। तेरा काम है जिन्ना ते सवास चलते है बंदगी कर, बाकी काम ओदा है। वो बड़ा समर्थ है, कर्ण कारण समर्थ है। कहो नानक विचार कारण करते वस है। पातशाह जी कहते कारण सृष्टि नूं साजना, ये सारी चेतन सता रूपी कल जिन कल राखी धार आपां नूं सारियां नूं चलाउण वाला, जिन्हें अपनी कला अपने सारियां विच रखी है, कीड़ी तो लैके हाथी तक। सवासां दी कला, एक सवास ही साडे अंदर जाके सारे काम कर रहा है। ये परमेश्वर की शक्ति आ। जिन्ना चिर वो चाहुंदा साडा फेफड़ा साडा दिल चलदा है, जदों चाहुंदा ते उदों ही निकल जांदा ते सारी मशीनरी बंद हो जाती है। कहो सतनाम सी। उन्हें सानों धारण किया होया उस कला ने, ते जदों असी उस कला नूं जान लिया फिर असी उन्हें एकमिक हो जाएंगे। वो कला जिस तरह आनंद साहब की आखिरी पौड़ी पढ़ते हैं आपां, वाजे पंच सब तित घर। तित घर वो शरीर विच, किसी होर घर की गल नहीं की, शरीर की गल आ। वाजे पंच शब्द तित घर सुभागे, ते वो घर वड्डे भागां वाले हो गए जिथे वाजे वजे। ते वजे किवें? कला जित कर धारिया, जिन्हां ने उस कला नूं धारण कर लिया। हुण कला ने सानू तो धारण किया होया, पर असी उहदे नाल नहीं जुड़े हुए। असी उहनूं छड्ड के आसे पासे भटकदे फिरदे।
जिस तरह सवास चल रहा है, सुत्तियां भी चल रहा है, उन्हें सानू धारण किया होया। जिवें आपां कपड़ा पहनिया होया उन्हें साडे शरीर नूं पहनिया होया। सुत्तियां भी चल रहा है, जागदियां भी चल रहा है, घूक नींद सौ जो तां भी चल रहा है, क्योंकि उन्हें धारण किया होया। तुसी कुछ भी करते फिरदे हो, रोंदे हो, हसदे हो, खांदे हो, पीने हो, किते भी फिरदे हो, उस कल ने सानू धारिया होया। जिन कल राखी धार जिहड़ी परमेश्वर की शक्ति है वो साडे विच वरत रही है, पर असी वो शक्ति नूं नहीं जाणिया। जिन्ना चिर असी वो शक्ति नूं नहीं जाणिया उन्ना चिर असी अलग तुरे फिरदे हां। उस कला नूं जानण दी लोड़ है। शुरुआत च बाबा जी ने कहा सीगा कि नानक सच्चे नाम बिन असी नाम तो बगैर बेकार हाँ, निफल है साडा जीवन। जमना संसार च आउण दा कोई फायदा नहीं। निफलंग तस जन्म जावत ब्रह्मना बिंदते। जे असी उस कला नूं जाणिया नहीं जिहड़ी साडे अंदर सवासा राही प्रवेश कर रही है, वो कला या वही कला है, उसनूं समझना सीगा। कला जित कर धारिया पंच शब्द तुद वाजे पंचत घर सुभागे। कला जित कर धारिया। इस तरह उस अकाल पुरख ने जदों वो कला नूं आपां ग्रहण कर लिया। हुण आपां ते कला च की फर्क है भला? आपां अख विच आ, आपां अख दे विचों निकलदे आ, दुनिया विच विचर जाने आ, अपने उत्ते कदे ध्यान ही नहीं मारिया भी आपां कौन आ, कित्थों आए आ, की लैण आए आ। बाबा जी कहंदे ब्रह्म दी खोज कर, तू कौन है? जावत ब्रह्म ना बिंदते उन्ना चिर कोई फायदा नहीं जम्मण दा। जे तेन वो परमेश्वर की खोज नहीं करता है तो तेरे नाल ही। काहे रे बन खोजन जाई, बाहरों लभण नहीं जाना, लभना तो अंदरों ही आ। पर जदों जागने आ अख खुलदी है, दुनिया नाल जुड़ जाते हैं। जदों सौने आ अख बंद हो जाती है, सुपनियां भी चले जाते हैं। चार अवस्था में असी साडी अख, साडा मन, साडी सुरत रहिंदी है। जागत सुपन सुखोपति तुरीआ। हुण आपां जागत विच बैठे हाँ, सौ गए, सुपने भी चले गए। सुखोपति जिथे सुत्तियां नूं पता नहीं लगता भी कित्थे पए हैं। तड़के उठ कहने ना आपां यार अज तो पता नहीं लग्या कित्थे पए सी, ऐसी नींद आई। फिर दसदा कौन है ये? ਇਹਦਾ मतलब उदों भी कोई वेख रहा जदों असी घूक सुत्ते हाँ, साडा शरीर घूक सुत्ता होया ना, उदों भी कोई जान रहा है कि किन्ना घूक सुत्ता है। वो जागदियां नूं दसदा है आहा हा बड़ी नींद आई। उहनूं कहंदे आ सखोपति। ये तो तीन अवस्था में तिन्ने लोग वसदे ही आ, रजो तमो सतो जागत सुपन सखोपति विच। ते तुरिया विच परमेश्वर दे प्यारे रहिंदे आ। वो जागदे होए भी राम च है और सुत्ते हुए भी सचेत आ। सुत्तियां होयां नूं भी पता लग रहा कित्थे की हो रहा है। को सतनाम श्री। ये आत्मा रूपी राजे दे चार अस्थान हैं। ये चार थावां ते रहिंदा, कदे किते कदे किते। आत्म भूपत की है पुरिया, ये चार पुरियां ना। पर रब दे प्यारे नाम जपण वाले चौथी पुरी च ही रहिंदे आ, 10वें द्वार च ही रहिंदे आ। बस उत्थे ध्यान जोड़िया। कुछ मिनटां में शरीर इन्ना तरो ताज़ा हो गया जिन्ना तुसी 6 घंटे सौ के भी नहीं कर सकते। वो 6 मिनट ध्यान ला के सिमरन में जाके अपने शरीर नूं दोबारा तंदुरुस्त कर लिया। सौण की लोड़ पैंदी है शरीर का थकेवा दूर करन दी, पर वो देखो लगातार चलते रहंदे आ। जो थोड़ा समा ध्यान जोड़ते आ परमेश्वर ने किवें हुंदे आ, शरीर फिर तरो ताज़ा हो जाता है। उन्होंने 6 मिनट बहुत है, सानू 6 घंटिया में उन्ना आराम नहीं आ सकता जिन्ना वो 6 मिनटा में लै सकते हैं। एक घड़ी आदि घड़ी आदि हूँ फुनियाद भगतन सेती गोष्टे जो किन्ने सुलाभ। घड़ी मोटे तौर पर 24 मिनटा की है, उदा 22.5 मिनटा की है। जे 24 मिनटा की मनीए तो 6 चौके 24। जिन्हों ने वो कला नूं धारिया होया है, ते धारना कित्थे आ? कला ने सानू धारिया है। असी अख दे विचों निकलदे हां, असी अख दे विचों निकल के उहनूं धारण करना, उहदे नाल जुड़ना।
ਸਾਡੀ ਅੱਖ ਦੇ ਵਿੱਚੋਂ ਸਾਡੀ ਜੋਤ ਨਿਕਲਦੀ ਹੈ ਤੇ ਆਪਾਂ ਕੀ ਆ? ਮਨ ਤੋਂ ਜੋਤ ਸਰੂਪ ਹੈ। ਆਪਣਾ ਤਾਂ ਆਹ ਸਰੂਪ ਹੈ। ਆ ਤਾਂ ਬਾਡੀ ਆ, ਆ ਤਾਂ ਘੋੜੀ ਆ, ਗੱਡੀ ਆ, ਗੱਡੀਆਂ ਬਾਹਰ ਖੜੀਆਂ, ਆਪਾਂ ਅੰਦਰ ਆ ਗਏ। ਜੇ ਸੱਚਖੰਡ ਜਾਓਗੇ ਤੇ ਸਰੀਰ ਇੱਥੇ ਛੱਡ ਕੇ ਫੇਰ ਜਾ ਸਕਦੇ ਆ। ਕਹੋ ਸਤਿਨਾਮ ਸੀ। ਜੇ ਸੱਚਖੰਡ ਜਾਣ ਦੀ ਨਾ ਸਲਾਹ ਹੋਈ ਤੇ ਮਰਦੇ ਹੋਏ ਕੋਈ ਹੋਰ ਸਵਾਰੀ ਚੱਕ ਲਓਗੇ। ਜੇ ਮਰਦੇ ਮਰਦੇ ਕਹਿੰਦੇ ਮੈਂ ਜਵਾਕ ਪਾਲਨੇ ਸੀਗੇ, ਬਾਬਾ ਜੀ ਕਹਿੰਦੇ ਸੂਰ ਬਣ ਜਾ, ਲੈ ਵੀ ਸੂਰ ਵਾਲੀ ਗੱਡੀ ਦੇਤੀ। ਕਹੋ ਸਤਿਨਾਮ, ਇਹਦੇ ਵਿੱਚ ਵੜ ਜਾ। ਫਿਰ ਹੁਣ ਅੰਤ ਕਾਲ ਜੇ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸੂਕਰ ਜੋਨ ਬਲ ਬਲ ਉਤਰੇ। ਆਹ ਜਿਹੜੀ ਮਨੁੱਖਾ ਜਾਮਾ ਘੋੜੀ ਸੀ, ਘੋੜੀਆਂ ਸ਼ਬਦ ਬਾਣੀ 'ਚ ਲਿਖਿਆ ਹੈ। ਇਹ ਘੋੜੀ ਵੀ ਆ, ਇਹ ਸਵਾਰੀ ਆ ਸਾਡੀ। ਔਰ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੇ ਜਿਹੜੀ ਅੱਖਾਂ ਦੀ ਜੋਤ ਹੈ ਬਣੀ ਕਿੱਥੋਂ ਹੈ? ਸਵਾਸਾਂ ਤੋਂ। ਸਵਾਸਾਂ ਦੇ ਵਿੱਚੋਂ ਜੋਤ ਬਣੀ ਆ। ਸਵਾਸਾਂ ਵਿੱਚੋਂ ਹੀ ਪਾਣੀ ਬਣਿਆ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘੜ ਘੜ ਜੋਤ ਸਮੋਏ। ਅਕਾਲ ਪੁਰਖ ਤੋਂ ਹਵਾ ਬਣੀ, ਹਵਾ ਠੰਡੀ ਹੋ ਕੇ ਪਾਣੀ ਬਣਿਆ। ਪਾਣੀ ਜਦ ਵਰਿਆ ਤੇ ਇਹ ਧਰਤੀ ਜਿਹੜੀ ਤਪ ਰਹੀ ਸੀ ਠੰਡੀ ਹੋਈ। ਫਿਰ ਇਸ ਦੇ ਵਿੱਚੋਂ ਅਨੇਕਾਂ ਤਰ੍ਹਾਂ ਦੇ ਜੀਵ ਜੰਤੂ ਪੈਦਾ ਹੋਣੇ ਸ਼ੁਰੂ ਹੋਏ। ਹੌਲੀ ਹੌਲੀ ਇਹ ਮਨੁੱਖ ਵੀ ਹੋਂਦ ਵਿੱਚ ਆ ਗਿਆ। ਕਹੋ ਸਤਿਨਾਮ ਸ੍ਰੀ। ਆਪਾਂ ਸਾਰੇ ਪਾਣੀ ਤੋਂ ਬਣੇ ਆ, ਪਾਣੀ ਪਰਮੇਸ਼ਰ ਤੋਂ ਬਣਿਆ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘੜ ਘੜ ਜੋਤ ਸਮੋਏ। ਇੱਕ ਲਾਈਨ ਇੱਧਰ ਨੂੰ ਚਲੇਗੀ, ਦੂਜੀ ਲਾਈਨ ਸਾਚੇ ਤੇ ਪਵਨਾ ਭਇਆ ਤੇ ਪਵਨ ਤੋਂ ਸ਼ਬਦ ਬਣਿਆ। ਦੂਜੀ ਲਾਈਨ ਗੁਰੂ ਤੇ ਮੁੱਕ ਜਾਂਦੀ ਹੈ। ਗੁਰੂ 2 ਨੰਬਰ ਤੇ ਹੈ, 1 ਨੰਬਰ ਤੇ ਪਰਮੇਸ਼ਰ ਹੈ। ਵੈਸੇ ਗੁਰ ਪਰਮੇਸ਼ਰ ਇੱਕੋ ਹੀ ਆ, 2 ਨਹੀਂ ਹੈਗੇ। ਹਵਾ ਤੋਂ ਸ਼ਬਦ ਬਣਿਆ। ਜੇ ਹਵਾ ਨਾ ਅੰਦਰ ਹੋਵੇ ਫੇਫੜਿਆਂ ਦੇ ਤਾਂ ਬੋਲਣਾ ਬੰਦ ਹੈ। ਤਾਂ ਗੁਰਬਾਣੀ ਰੂਪੀ ਸ਼ਬਦ ਜਿਹੜਾ ਇਹ ਵੀ ਹਵਾ 'ਚੋਂ ਬਣਿਆ ਤੇ ਹਵਾ ਪਰਮੇਸ਼ਰ ਤੋਂ ਬਣੀ। ਸਾਚੇ ਤੇ ਪਵਨਾ ਭਇਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘੜ ਘੜ ਜੋਤ ਸਮੋਏ। ਤਾਂ ਕੀ ਕਹਿ ਰਹੇ ਸੀ ਮੇਰੇ ਪ੍ਰੀਤਮ? ਕਾਰਨ ਕਰਤੇ ਵਸ ਹੈ। ਬੰਦਾ ਬੜੀ ਭੱਜ ਦੌੜ ਕਰਦਾ, ਜ਼ੋਰ ਨਾ। ਉੱਥੇ ਕਹਿੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਾ ਗੱਲ ਬਣਨੀ ਨਹੀਂ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਆਪਦੀ ਮਰਜ਼ੀ ਨਾਲ ਕੋਈ ਚੰਗਾ ਨਹੀਂ ਬਣ ਸਕਦਾ, ਕੋਈ ਮਾੜਾ ਨਹੀਂ ਬਣ ਸਕਦਾ। ਦਾਤ ਹੈ, ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਪਰਮੇਸ਼ਰ ਦੇ ਹੱਥ ਆ ਇਹ ਕਾਰਨ। ਜੇ ਚੰਗਾ ਬਣਨਾ ਤੇ ਗੁਰੂ ਵਾਲਾ ਬਣ ਜਾ, ਫਿਰ ਤੈਨੂੰ ਪਰਮੇਸ਼ਰ ਚੰਗਾ ਬਣਾ ਦੂਗਾ। ਕਹੋ ਸਤਿਨਾਮ। ਨਹੀਂ ਚੰਗਾ ਬਣਨਾ ਫਿਰ ਤੇਰੀ ਮਰਜ਼ੀ ਹੈ। ਫਿਰ ਜਿਹੋ ਜਿਹਾ ਕਰਮ ਕਰੇਗਾ ਉਹੋ ਜਿਹਾ ਬਣ ਜਾਵੇਗਾ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਧਾਰਨ ਕੀਤਾ ਹੋਇਆ। ਜਿਵੇਂ ਕ੍ਰਿਸ਼ਨ ਜੀ ਦਾ ਇੱਕ ਸਾਖੀ ਆ, ਉਹਦੇ ਵਿੱਚ ਉਹਨਾਂ ਨੇ ਇੱਕ ਚੀਚੀ ਉੱਤੇ, ਇੱਕ ਉਂਗਲ ਉੱਤੇ ਪਹਾੜ ਚੱਕਿਆ ਹੋਇਆ। ਅਸਲ ਵਿੱਚ ਇਹ ਜਿਹੜੀਆਂ ਸਾਖੀਆਂ, ਇਹ ਉਦਾਹਰਨਾਂ ਨਾ, ਇਹ ਇਸ਼ਾਰੇ ਹੁੰਦੇ ਆ। ਇਹ ਰਮਜ਼ਾਂ ਮਹਾਂਪੁਰਸ਼ਾਂ ਦੀਆਂ ਬਣਾਈਆਂ ਹੋਈਆਂ। ਚੀਚੀ ਤੇ ਪਹਾੜ, ਉਂਗਲ ਤੇ ਪਹਾੜ ਚੱਕਣ ਦਾ ਮਤਲਬ ਪਰਮੇਸ਼ਰ ਨੇ ਸਾਰਿਆਂ ਨੂੰ ਆਪਣੀ ਕਲਾ ਵਿੱਚ ਬੰਨ੍ਹ ਕੇ ਰੱਖਿਆ ਹੋਇਆ। ਕਹੋ ਸਤਿਨਾਮ ਸੀ। ਸਾਰੀ ਦੁਨੀਆ ਨੂੰ ਆਪਣੇ ਅੰਦਰ ਧਾਰਨ ਕੀਤਾ ਹੋਇਆ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰੇ ਆਪਾਂ ਉਹਦੀ ਕਲਾ ਵਿੱਚ ਬੰਨੇ ਹੋਏ ਆ, ਉਹਦੀ ਮਰਜ਼ੀ ਨਾਲ ਚੱਲ ਰਹੇ ਆ। ਕਾਰਨ ਕਰਤੇ ਬਸ ਹੈ। ਇਸ ਕਰਕੇ ਸਾਡਾ ਆਉਣਾ ਜਾਣਾ, ਬੋਲਣਾ ਚੱਲਣਾ, ਚੁੱਪ ਕਰਨਾ, ਜਿਉਣਾ ਜੰਮਣਾ ਮਰਨਾ, ਇਸਾ ਪਰਮੇਸ਼ਰ ਨੇ ਆਪਦੇ ਹੱਥ ਵਿੱਚ ਰੱਖਿਆ। ਕਿਸੇ ਨੂੰ ਨਹੀਂ ਪਤਾ ਕਦੋਂ ਮੌਤ ਹੋਣੀ ਆ। ਕਹੋ ਸਤਿਨਾਮ। ਉਹਨੇ ਕਲਾ ਆਪਦੇ ਹੱਥ 'ਚ ਰੱਖੀ ਹੋਈ ਆ। ਉਹ ਕਲਾ ਸਾਡੇ ਵਿੱਚ ਚਲਾਤੀ ਆ, ਪਰ ਸਾਨੂੰ ਇਹ ਨਹੀਂ ਦੱਸਿਆ ਵੀ ਕਦੋਂ ਮੈਂ ਖਿੱਚ ਲੈਣੀ ਆ। ਤੇ ਜਿੱਦੇ ਉਹ ਕਲਾ ਖਿੱਚ ਲਈ, ਉਦੋਂ ਹੀ ਸਾਡਾ ਸਰੀਰ ਡਿੱਗ ਪੈਣਾ, ਅਸੀਂ ਵੀ ਵਿੱਚੋਂ ਨਿਕਲ ਜਾਣਾ। ਜੇ ਮਰਦੇ ਹੋਏ ਪਰਮੇਸ਼ਰ ਨੂੰ ਯਾਦ ਕਰ ਲਿਆ ਵੀ ਮਹਾਰਾਜ ਲੈ ਜਾ ਘਰੇ, ਹੁਣ ਤੇਰੇ ਹੀ ਆ, ਫਿਰ ਉਹਦੇ ਘਰੇ ਵਗ ਜਾਾਂਗੇ। ਅੰਤਕਾਲ ਨਾਰਾਇਣ ਸਿਮਰੇ। ਤੇ ਜੇ ਸੰਸਾਰ ਦੀ ਕੋਈ ਵਸਤੂ ਯਾਦ ਕਰ ਲਈ, ਫਿਰ ਪਰਮੇਸ਼ਰ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਚੰਗਾ ਭਾਈ, ਮੈਂ ਤਾਂ ਕੋਠੀ ਮਸਾਂ ਪਾਈ ਸੀ, ਮੈਂ ਤਾਂ ਕੋਠੀ 'ਚ ਰਹਿਣਾ ਸੀ, ਮੈਂ ਤਾਂ ਮੌਤ ਨੇੜੇ ਆ ਗਈ, ਹੁਣ ਮੈਂ ਕੀ ਕਰਾਂ? ਮਹਾਰਾਜ ਕਹਿੰਦੇ ਭੂਤ ਪ੍ਰੇਤ ਬਣ ਕੇ ਤੁਰਿਆ ਫਿਰ। ਕੋਠੀ 'ਚ ਰਹਿਣ ਵਾਸਤੇ ਬਾਡੀ ਦੀ ਲੋੜ ਨਹੀਂ। ਬਾਡੀ ਤਾਂ ਤੈਨੂੰ ਨਾਮ ਜਪਣ ਦਿੱਤੀ ਸੀ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਉਹ ਤੇਰੀ ਵਰੀਆ। ਜੇ ਤੂੰ ਇਹ ਲੈ ਕੇ ਮੈਨੂੰ ਮਿਲਣਾ ਹੀ ਨਹੀਂ, ਫਿਰ ਨੇਫਲ ਹੈ ਤੇਰੇ ਜੰਮਣ ਦੇ। ਨੇਫਲੰ ਤਸ ਜਨਮਸ ਜਾਵਦ ਬ੍ਰਾਹਮਣਾ ਬਿੰਦ ਤੇ। ਜੇ ਮੈਨੂੰ ਮਿਲਣਾ ਹੀ ਨਹੀਂ, ਫਿਰ ਤੇਰਾ ਕੀ ਫਾਇਦਾ?
फिर भूत प्रेत बन के तुरिया। फिर अनेकां ही बंगले कोठियां खाली पईयां जिन्हां दे विच डरावणियां आवाज़ां आउंदियां, भाव वो रूहां जिहड़ियां मरदियां होईयां परमेश्वर नूं याद नहीं कीता, वो भटक गईयां, गंढ वज गई ते वो भटक रहीआं। जिन्ना चिर उन्हां नूं शब्द नहीं कटदा, क्योंकि वो भी शब्द दियां सन, ते गुरबाणी रूपी ज्ञान रूपी शब्द उन्हां नूं कटेगा तां उन्हां दी मुक्ति होवेगी। पर वो शब्द कोले आउंदियां नहीं, ऐदां चीकां मारदियां जिवें कोई बच्चा टीके तो डरदा चीकां मारदा। ये बाणी टीका लाउंदी आ, अपने भी लाउंदी आ, उन्हां दे भी लाउंदी आ, पर वो डरदियां भज जांदियां। ते जदों कोई आ जाती है बाणी के शरण विच, फिर उन्हां दी मुक्ति हो जाती है। तो बेअंत ही रूहां श्री हरमंदर साहिब की परिक्रमा दे विच नाम भी सुनदियां। जदों उन्हां नाम चंगा लगन लग जाता, पता लग गया भी दवाई तो मेरा फायदा कर रही है, ये टीका तो मेरा फायदा करू, फिर बंदा चुप करके लवा भी लैंदा। ते जदों उन्हां दा उद्धार हो जाता, फिर वो रूहां किन्ना किन्ना चिर बाणी सुनदियां रहिंदियां। जो समा आउंदा उन्हां दा जीवन पूरा हुंदा, ते फिर उन्हां नूं अगले जन्म दिते जांदे आ। ते चंगियां रूहां तां ही जन्म लैंदियां जे थल्ले चंगे माँ प्यो मिलन। जिहो जिहा माँ प्यो होऊगा उहो जिहा बच्चा जन्म लऊगा, पिछों रूह उही जी भेजू परमेश्वर, जिहो जे साडे लक्षण साडे औगण साडे गुण होणगे, उही जिहा रूहां साडे घरे जन्म लैंदियां। गुरु गोबिंद सिंह जी के जन्म वास्ते उन्होंने किन्नी तपस्या वाले माँ प्यो की लौड़ पई, ते किन्नी तपस्या गुरु तेग बहादुर ते माता गुजरी जी की। उत्थे वो रूह ने आके उस परमेश्वर के रूप ने आके जन्म धारे आ पटना साहिब दे विच, क्योंकि उन्होंने भजन बंदगी वाली माँ प्यो चाहिदा। ते देवता रूहां जिहड़ियां वो भजन बंदगी वाले माँ प्यो के घरे पैदा होंदियां, क्योंकि संस्कार मिलते आ। जिन्ना चिर तिन्हां दे संस्कार नहीं मिलते, बच्चे का जन्म नहीं हुंदा। जदों उहो जिहा संस्कारी रूह परमेश्वर के हत्थ च आउंदी है, चल तू उत्थे जन्म ले ला, इत्थे तेरे वर्गे है, कहो सतनाम श्री। गुरु कृपा करन अगे चलीए। कारण करते वस है जिन कल राखी धार, जिसने सृष्टि नूं धारण कीता होया, इहनूं चलाउणा भी उहने आपदे हत्थ विच रखिआ। असीं उहदी मर्जी नाल चल रहे हैं, किते भी जा रहे हैं, किते भी आ रहे हैं, साडे हत्थ वस कुछ नहीं। फिर क्यों ना उन्होंने समर्पित हो जाइए। नानक आयो सतगुर आयो शरण तुहारी, शरण विच आ जाइए। मिले सुख नाम हर शोभा, चिंता लाहे हमारी, साड़ी चिंता दूर कर दिओ। सुख शोभा तेरी नाम की दात सानू मिल जाए। लेखा छोड़ लेखा छूटे, हिसाब किताब ना करो, कह दियो भी मैं महापापी हाँ, मैं औगण हारा, मेरे च कोई गुण नहीं, ऐ कह दिया करो। आपदी औगण रखा करो, इत्थे गुणता दसन की लोड़ ही नहीं। गुणता चंगे हुंदे आ ना, बीमारी दसनी है जिहड़ी आपां छुड़ाउणी है शरीर चों, को सतनाम। डॉक्टर कोले बीमारी दसी दी है, तंदुरुस्ती दा ठीक आ, वो तां आपां नूं चाहीदी आ। इत्थे आके औगण दसो भी मैं आ माड़े कर्म करदा। भाई गुरदास जी ने एक पौड़ी विच उच्चारण किया, उन्होंने सारे औगण ही रख दिते। हाँ पापी मंदा, मैं बहुत माड़ा हाँ, पापी हाँ, होर बहुत सारे गल लिखे उस पौड़ी विच भाई साहब जी ने। इस करके जदों गुरु चरणों में आके शरण में आईए तो की कहिए, हिसाब किताब ना करी, फिर नहीं पास हुंदा। लेखा छोड़ अलेखा छूटे, हिसाब किताब छड्ड के माफ़ कर ला, दया कर। हम निर्गुण मैं औगण हारा हाँ, महापापी हाँ, कर किरपा लिहो उभारी, मेरे प्रीतम जी कहने। अगे पौड़ी आरंभ हुंदी आ, सतगुरु नानक देव जी कहते फिर की करिए। अगली पौड़ी, खसमै कै दरबार ढाडी वसिया, खसम मालक ढाडी मरासी उहदी सिफत करन वाला। ढाडी दर पर मंगना दर कदे ना छोड़े। आपां इस घर दे मंगते हाँ, ढाडियाँ मरासियाँ इत्थों ही मंगना, इस दर नूं छड्ड के ना जाओ किते भी, कहो सतनाम श्री। धन गुरु नानक देव जी कहते जदों मैं परमेश्वर के दर ते गया एक ढाडी बन के, बाबे नानक ने अपने आप को शायर कहा, ढाडी कहा। शायर हुंदा हैगा गाउण वाला, बाबे नानक ने गाया रबाब दे नाल परमेश्वर नूं। तां ढाडी
ਖਸਮੈ ਕੈ ਦਰਬਾਰ ਢਾਡੀ ਵਸਿਆ। ਜਦੋਂ ਮੈਂ ਖਸਮ ਦੇ ਦਰ 'ਤੇ ਗਿਆ, ਜਦੋਂ ਪਾਤਸ਼ਾਹ ਸੱਚਖੰਡ ਗਏ ਉਦੋਂ ਦਾ ਵੀ ਘਟਨਾ ਲਿਖਤੀ ਹੈ ਸ਼ਬਦ ਵਿੱਚ। ਜਦੋਂ ਕਹਿੰਦੇ ਮੈਂ ਪਰਮੇਸ਼ਰ ਦੇ ਦਰਬਾਰ ਵਿੱਚ ਗਿਆ, ਹੁਣ ਤੁਸੀਂ ਵੀ ਇੱਥੇ ਸੱਚਖੰਡ ਪਰਮੇਸ਼ਰ ਦੇ ਦਰਬਾਰ 'ਚ ਆਏ ਹੋ, ਉੱਥੇ ਜਾ ਕੇ ਮੈਂ ਕੀ ਕੀਤਾ ਪਤਾ? ਸੱਚਾ ਖਸਮ ਕਲਾਣ, ਮੈਂ ਮਾਲਕ ਦੀ ਸਿਫਤ ਕੀਤੀ। ਕਲਾਨ ਹੁੰਦਾ ਸਿਫਤ ਕਰਨੀ। ਜਿਵੇਂ ਮਰਾਸੀ ਸਾਡੇ ਵਾਰ 'ਚ ਆ ਕੇ ਕਹਿੰਦਾ ਪਰਬਾ ਜੋੜੀਆਂ ਜਿਉਣ, ਜੇ ਹੋਵੇ ਵੋ ਹੋ ਜਾਵੇ, ਬੜਾ ਕੁਛ ਹੋਣਾ ਤਾਂ ਪਰਮੇਸ਼ਰ ਦੀ ਕਿਰਪਾ ਨਾਲ ਹੈ ਨਾ। ਪਰ ਮਰਾਸੀ ਆਪਦੇ ਮੰਗਣ ਵਾਸਤੇ ਕੁਝ ਸਾਡੀਆਂ ਸਿਫਤਾਂ ਕਰਦਾ। ਕਹੋ ਸਤਨਾਮ। ਸਾਨੂੰ ਆਦਤ ਹੈ ਸਿਫਤ ਸੁਣ ਕੇ ਉਹਦੇ ਦਇਆ ਕਰਦੇ ਆ ਅਤੇ ਉਹਨੂੰ ਕੁਛ ਨਾ ਕੁਛ ਰੋਟੀ ਆਟਾ ਕੋਈ ਪੈਸਾ ਕੋਈ ਵਸਤੂ ਦੇ ਦਿੰਦੇ ਆ। ਕਹੋ ਸਤਨਾਮ ਸੀ। ਧੰਨ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਉਹ ਢਾਡੀ ਕਹਿੰਦੇ ਆ। ਕਹਿੰਦੇ ਮੈਂ ਪਰਮੇਸ਼ਰ ਦੇ ਦਰ 'ਤੇ ਜਦ ਗਿਆ, ਪਤਾ ਕੀ ਹੋਇਆ? ਖਸਮੈ ਕੈ ਦਰਬਾਰ ਢਾਡੀ ਵਸਿਆ। ਸੱਚਾ ਖਸਮ ਮਾਲਕ ਪਰਮੇਸ਼ਰ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ। ਸੱਚਾ ਉਹੀ ਹੈ, ਬਾਕੀ ਸਭ ਝੂਠੇ ਖਤਮ ਹੋਣ ਵਾਲੇ ਆ। ਸੱਚਾ ਖਸਮ ਕਲਾਣ, ਜਦੋਂ ਮੈਂ ਉਹਦੇ ਸਾਹਮਣੇ ਖੜ੍ਹ ਕੇ ਉਹਦੀ ਸਿਫਤ ਕੀਤੀ, ਕਮਲ ਵਿਗਸਿਆ, ਮੇਰਾ ਹਿਰਦਾ ਰੂਪੀ ਕਮਲ ਖਿੜ ਗਿਆ। ਜਿਵੇਂ ਕਮਲ ਦਾ ਫੁੱਲ ਸੂਰਜ ਚੜ੍ਹਨ 'ਤੇ ਖਿੜ ਜਾਂਦਾ ਨਾ, ਮੈਂ ਮਾਲਕ ਦੇ ਦਰਸ਼ਨ ਕਰਕੇ ਐਂ ਖਿੜ ਗਿਆ। ਪ੍ਰੀਤਮ ਜੀ ਕਹਿੰਦੇ ਸੱਚਾ ਖਸਮ ਕਲਾਨ ਕਮਲ ਵਿਗਸਿਆ। ਜਦੋਂ ਮੈਂ ਪਰਮੇਸ਼ਰ ਦੀ ਸਿਫਤ ਕੀਤੀ, ਉਹਦਾ ਮਰਾਸੀ ਬਣ ਕੇ, ਉਹਦਾ ਢਾਡੀ ਬਣ ਕੇ, ਤਾਂ ਪਾਤਸ਼ਾਹ ਜੀ ਕਹਿੰਦੇ ਜਦੋਂ ਮੈਂ ਉਹਦੇ ਸਾਹਮਣੇ ਗਿਆ, ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਸਾਹਮਣੇ ਗਏ, ਬੇਈ 'ਚੋਂ ਅਲੋਪ ਹੋ ਕੇ, ਦੁਨੀਆ ਲੱਭਦੀ ਰਹੀ, ਬੇਈ 'ਚ ਡੁੱਬ ਗਿਆ ਡੁੱਬ ਗਿਆ ਡੁੱਬ ਗਿਆ। 3 ਦਿਨ ਪਤਾ ਹੀ ਨਹੀਂ ਲੱਗਿਆ ਕਿੱਧਰ ਨੂੰ ਗਏ। ਤਾਂ ਉਧਰ ਪਰਮੇਸ਼ਰ ਦੇ ਸਾਹਮਣੇ ਗਏ, ਅਤੇ ਜੇ ਪੁੱਛਿਆ ਉਹਨਾਂ ਨੂੰ ਵੀ ਉੱਥੇ ਕੀ ਵੇਖ ਕੇ ਆਏ, ਕਹਿੰਦੇ ਉੱਥੇ ਬਹੁਤ ਜ਼ਿਆਦਾ ਪ੍ਰਕਾਸ਼ ਹੀ ਪ੍ਰਕਾਸ਼ ਸੀ। ਮੇਰੀਆਂ ਤਾਂ ਅੱਖਾਂ 'ਚ ਚੰਦੇ ਆ ਗਈਆਂ, ਮੈਂ ਤਾਂ ਵੇਖ ਹੀ ਨਹੀਂ ਸਕਿਆ, ਕੰਨਾਂ ਨਾਲ ਆਵਾਜ਼ ਹੀ ਸੁਣੀ ਆ। ਕਹਿੰਦੇ ਪਰਮੇਸ਼ਰ ਖੁਸ਼ ਹੋਏ, ਆਓ ਨਾਨਕ ਆਓ। ਮਹਾਰਾਜ ਹੁਕਮ ਕਰੋ, ਕਿਵੇਂ ਸੱਦਿਆ? ਮੇਈ ਨਦੀ 'ਚੋਂ ਗਏ ਸੀ ਨਾ, ਸੁਲਤਾਨਪੁਰ ਮੋਦੀਖਾਨਾ ਚੱਲ ਰਿਹਾ, ਤੜਕੇ ਤੜਕੇ ਇਸ਼ਨਾਨ ਕਰਨ ਗਏ ਆ, ਰੋਜ਼ਾਨਾ ਦੀ ਤਰ੍ਹਾਂ ਕੱਪੜੇ ਸੇਵਕ ਨੂੰ ਫੜਾਏ ਆ, ਮੁੜ ਕੇ ਨਿਕਲੇ ਹੀ ਨਹੀਂ, ਚੁੱਭੀ ਮਾਰੀ। ਪਰਮੇਸ਼ਰ ਨੂੰ ਕਹਿਣ ਲੱਗੇ ਹਾਂ ਹੁਕਮ ਕਰੋ। ਕਹਿੰਦੇ ਨਾਨਕ ਹੁਣੇ ਦੁਕਾਨਦਾਰੀਆਂ ਬੰਦ ਕਰ, ਜਿਹੜੇ ਕੰਮ ਲਈ ਭੇਜਿਆ ਉਹ ਕੰਮ ਕਰ। ਮਹਾਰਾਜ ਜੀ ਕੀ ਕੰਮ? ਕਹਿੰਦੇ ਜਾਓ ਸੰਸਾਰ ਨੂੰ ਮੇਰੇ ਬਾਰੇ ਗਿਆਨ ਦਿਓ, ਦੱਸੋ ਮੇਰੇ ਬਾਰੇ ਮੈਂ ਕੀ ਹਾਂ। ਇਹ ਦੁਨੀਆ ਭੁਲੇਖੇ 'ਚ ਪਈ, ਪਸ਼ੂਆਂ ਪੰਛੀਆਂ ਨੂੰ, ਪੱਥਰਾਂ ਦੀਆਂ ਮੂਰਤੀਆਂ ਨੂੰ, ਕਬਰਾਂ ਨੂੰ ਪੂਜਦੀ ਫਿਰਦੀ ਆ, ਮੈਨੂੰ ਜਾਣਦਾ ਹੀ ਨਹੀਂ ਕੋਈ। ਤੂੰ ਜਾ ਕੇ ਇਹਨਾਂ ਨੂੰ ਮੇਰੇ ਬਾਰੇ ਦੱਸ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜੀ ਮੈਂ ਤੁਹਾਡੇ ਬਾਰੇ ਕਿਵੇਂ ਦੱਸਾਂ? ਅਕਾਲ ਪੁਰਖ ਕਹਿੰਦੇ ਆ ਨਾਨਕ, ਪਹਿਲਾਂ ਮੈਂ ਤੇਰਾ ਗੁਰੂ ਬਣਦਾ। ਮੈਂ ਪਾਰ ਬ੍ਰਹਮ ਹਾਂ, ਤੂੰ ਗੁਰੂ ਬ੍ਰਹਮ ਹੈ। ਤਾਂ ਆਪਾਂ ਸਾਰੇ ਬ੍ਰਹਮ ਹਾਂ। ਗੁਰੂ ਨਾਨਕ ਗੁਰੂ ਬ੍ਰਹਮ ਹੈ, ਪਰਮੇਸ਼ਰ ਪਾਰ ਬ੍ਰਹਮ ਹੈ, ਜਿਹੜਾ ਪਰੇ ਤੋਂ ਪਰੇ ਹੈ ਅਤੇ ਇੱਧਰ ਵੀ ਹੈ। ਮੈਂ ਪਾਰ ਬ੍ਰਹਮ ਹਾਂ, ਤੂੰ ਗੁਰੂ ਬ੍ਰਾਹਮਣ ਹੋਵੇਂਗਾ, ਮੈਂ ਤੇਰਾ ਗੁਰੂ ਬਣਦਾ ਹਾਂ। ਅਤੇ ਫਿਰ ਅਕਾਲ ਪੁਰਖ ਨੇ ਇੱਕ ਮੰਤਰ ਦਿੱਤਾ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਸ ਮੰਤਰ ਦੀ ਜਾਣਕਾਰੀ ਦੇ ਦੇ ਸਾਰਿਆਂ ਨੂੰ। ਮੇਰਾ ਆਹ ਸਰੂਪ ਹੈ। ਮੂਲ ਮੰਤਰ ਵਿੱਚ ਪਰਮੇਸ਼ਰ ਦੇ ਲੱਛਣ, ਪਰਮੇਸ਼ਰ ਦਾ ਸੁਭਾਅ, ਉਹਦਾ ਸਰੂਪ, ਅਤੇ ਅਖੀਰ 'ਤੇ ਗੁਰ ਪ੍ਰਸਾਦ ਮਿਲੂਗਾ ਗੁਰੂ ਦੀ ਕਿਰਪਾ ਨਾਲ। ਤੂੰ ਗੁਰ ਬ੍ਰਹਮ ਹੈ, ਤੂੰ ਜਾ ਕੇ ਦੱਸ ਮੇਰੇ ਬਾਰੇ। ਗੁਰ ਪ੍ਰਸਾਦ ਗੁਰੂ ਦੀ ਕਿਰਪਾ। ਤਾਂ ਗੁਰੂ ਨਾਨਕ ਨੇ ਫਿਰ ਉੱਥੋਂ ਵਾਪਸ ਆਉਣਾ ਕੀਤਾ। ਜਦੋਂ ਮੈਂ ਅਕਾਲ ਪੁਰਖ ਦੇ ਸਾਹਮਣੇ ਗਿਆ, ਅਗਲੀ ਪੌੜੀ ਵਿੱਚ ਪਾਤਸ਼ਾਹ ਲਿਖਦੇ ਨੇ, ਖਸਮੈ ਕੈ ਦਰਬਾਰ ਢਾਡੀ ਵਸਿਆ। ਸੱਚਾ ਖਸਮ ਕਲਾਨ, ਕਲਾਨ ਸਿਫਤ ਕੀਤੀ। ਕਮਲ ਵਗਸਿਆ, ਹਿਰਦਾ ਖਿੜ ਗਿਆ। ਖਸਮਹੁ ਪੂਰਾ ਪਾਏ, ਮੈਨੂੰ ਪੂਰਾ ਗੁਰੂ ਮਿਲ ਗਿਆ, ਪੂਰਾ ਮਾਲਕ ਮਿਲ ਗਿਆ। ਬਾਬੇ ਨਾਨਕ ਦਾ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। 10ਵੇਂ ਜਾਮੇ ਵਿੱਚ ਕਲੀਅਰ ਕਰਤਾ। ਕੋਈ ਇਹ ਨਾ ਕਹੇ ਕਿ ਬਾਬੇ ਨਾਨਕ ਦਾ ਫਲਾਨਾ ਸਰੀਰ ਗੁਰੂ ਸੀ। ਕਹਿੰਦੇ ਨਹੀਂ,
मेरा गुरु खुद परमेश्वर है। कहो सतनाम श्री। मैनू उन्होंने यह मंत्र दिता गुर प्रसाद। ये तो है अकाल पुरख की बख्शिश बाबे नानक नूं, और बाबे नानक ने यही मंत्र सानू आके दिता, नाल अपने वालों सही पाई सहती पाई। जप आद सच जुगाद सच है पी सच नानक होसी पी सच। बस आही सच है जिहड़ा मैं तेनू मूल मंत्र च दस्सिया। कहो सतनाम सी। आरंभता तो भी ये सीगा, आद भाव जदों कुछ भी नहीं सीगा। अरबद नरबद धुंधु कारा धरना गगना हुक्म पारा। ना दिन रैन न चंद न सूरज सुन समाद लगाए दा, उदों भी यही सीगा। फिर सुनो कीए 10 अवतारा। फिर सुन दे विचों ओहदा फुरना बनिया, मेरे वर्गे होर भी होण। फिर 5 कर्म इंद्रिय 5 ज्ञान इंद्रियां दा शरीर बनाता। ये 10 अवतार है शरीर दे विच। भाव पहला बूंद माँ की रगत पिता बिच धारा, इन्हां नूं इकट्ठे कीते, मास की गंढ बनी। फिर उस गंढ दे विचों यह नासिका बनाई, सवास की नाड़ी बना दी। फिर इहदे विचों 5 ज्ञान इंद्रे, अखां कन नासिका मूँह। फिर इहदे विचों 5 कर्म इंद्रे, हथ पैर आदि। ये सारे ये 10 अवतार हैं शरीर दे विच। सुनो कीया 10 अवतार। 10 अवतार गुरु साहब तो बाहर च आए आ, 10 अवतार राजे भी होए न, पर इत्थे 10 अवतारां दी गल शरीर दे 10 इंद्रियां दी है। खैर सुनो कीए 10 अवतारा। ये सुन दे विचों परमेश्वर ने सानू सब नूं बनाया। अगे चलीए। गुरु नानक देव जी कहते जिस वेले उन्होंने सामने गया, उन्होंने मैनू ये मूल मंत्र दिता। उस मूल मंत्र दे अकाल पुरख के मूल मंत्र दे बाबे नानक दे सैन है। आद सच जुगाद सच। आरंभता विच भी ये सी, सारे जुगां विच भी ये सी। है भी सच, अज भी यही आ। नानक होसी भी सच, अपने तो बाद भी यही रहूगा, होर नहीं इहदे नाल दा होऊगा। कहो सतनाम सी। तां जदों मैं उस पूरे खसम नूं मिलिया, बस ओही पूरा है। पूरे का किया सब कुछ पूरा, वो पूरा है। खसम के दरबार ढाडी वसिया, सच्चा खसम कलान कमल विगसिया। खसम हो मालक दे कोलों पूरा पाए मन हो रहस्या रहस। जदों किसी चीज़ का सूँ पता लग जे, पता ना लगे किन्ना चिर, गुझा भेद किते खुल जे, फिर तुसी खिड़ गए, ओहो आह चीज़ यार हैं कमाल हो गई, मैनू पता ही नहीं सीगा। ये रहस भाव हैरान होना। अकाल पुरख ने मैनू ये बाडी का भेद दिता, शरीर की जानकारी दी, मेरा हिरदा खिड़ गया। ते नाले जिहड़े अंदर दुश्मन बैठे सी ना 5, काम क्रोध लोभ मोह हंकार दुई द्वैत आशा तृष्णा ईर्खा, दुश्मन कड्डे मार सज्जन सरसिया। ते मेरा मालक मेरा रब मेरा खसम मेरे ते खुश होया। ते ए बाडी में जिन्ने दुश्मन सी, जिन्हां तो बीमारियां पैदा होंदियां, बीमारियां तो बाहर च निकलियां। कई बारी आपां कहने ना गर्मी पैंदी है, ओए अंब ना खा वाले फुंसियां हो जाणगियां। जे कोई खांदा, अंब तां स्वाद सीगा, मिठा सी, खाधा, पर उहदी गरमैश ने फिर शरीर के उत्ते फुंसियां बाहर नूं कढियां। गर्मी सी ना उहदे विच, वो गर्मी फिर फुटनी सी शरीर चों। एवें काम को लोभ मोह हंकार सूखम है, बंदा इन्हां दे रस लैंदा है, पर जदों इन्हां दे रस लैंदा फिर इन्हां तो अगे बीमारियां फुट के निकलदियां बाहर नूं। को सतनाम सी। ते बीमारियां दी जड़ है पंजे विकार। ते अकाल पुरख ने की कीता, मेरे पंजे विकार ही कढ दिते। को सतनाम सी। ये पंजे दुश्मन जिहड़े मेरे शरीर नूं खराब करदे सी, ओहो ही भजा दिते। पातशाह जी कहंदे दुश्मन कड्डे मार सज्जन सरसिया। जदों मेरे उत्ते सज्जन मालक अकाल पुरख खुश हो गया, सरसिया मैनू रस नाल भर दिता ते कुरस कढ़ दिते। संत साजन भए सरसे नहीं सरसे, सस्सा भी मुक्त है, रारा भी मुक्त है, मगरले सस्से ते लाम है। तो इनू पढ़ांगे सरसे, भाव नक्को नक, जिमें किसी बाटी दे विच दुध पा दीए किनारियां तक, उहनूं कहंदे आ
नक्को नक भरना। ਉਹੀ अर्थ है सरस से संत साजन पाए सरस से। कादे नाल ਜਦੋਂ ਇਹ ਬਾਣੀ ਨੂੰ ਜਾਣਿਆ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਰ ਖੈਤ। ਇੱਥੇ ਵੀ ਅਰਥ ਹੈ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ। ਮੈਨੂੰ ਰਸ ਨਾਲ ਭਰ ਦਿੱਤਾ, ਦੁਸ਼ਮਣ ਕੱਢ ਦਿੱਤੇ ਤੇ ਸੱਜਣ ਆ ਗਏ। ਧਿਆਨ ਦਿਓ, ਪੰਜ ਮਨਾਏ ਪੰਜ ਰਸਾਏ, ਪੰਜ ਮਨਾ ਕੇ ਅੰਦਰ ਲਿਆਂਦੇ। ਦਇਆ ਧਰਮ ਨਿਮਰਤਾ ਆਦਿ ਇਹਨਾਂ ਗੁਣਾਂ ਨੂੰ ਅੰਦਰ ਲਿਆਂਦਾ। ਪੰਜ ਰਸਾਏ ਤੇ ਪੰਜਾਂ ਵਿਕਾਰਾਂ ਨੂੰ ਰਸਾ ਲਿਆ। ਭਜਾਤੇ ਵੀ ਜਾਓ, ਤੁਸੀਂ ਜਾਓ ਕਰੇ, ਤੁਹਾਡੀ ਕੋਈ ਲੋੜ ਨਹੀਂ। ਇਹ ਰੁੱਸ ਕੇ ਚਲੇ ਗਏ ਕਿਉਂਕਿ ਵਰਤੇ ਨਹੀਂ ਨਾ, ਵਰਤਨੇ ਬੰਦ ਕਰਤੇ, ਉਹ ਪੰਜੇ ਭੱਜ ਗਏ। ਪੰਜ ਮਨਾਏ ਪੰਜ ਰਸਾਏ, ਇਹ ਸ਼ਬਦ ਵਿੱਚ ਅਖੀਰਲੀ ਪੰਕਤੀ ਹੈ। ਇਨ ਬਿਦ ਨਗਰ ਬੁੱਠਾ ਮੇਰੇ ਭਾਈ, ਇਸ ਤਰ੍ਹਾਂ ਮੇਰਾ ਸਰੀਰ ਰੂਪੀ ਨਗਰ ਸੁਖੀ ਹੋ ਗਿਆ। ਕਹੋ ਸਤਨਾਮ। ਬਾਣੀ ਦੇ ਵਿੱਚ ਹੀ ਸਾਰਾ ਕੁਝ ਹੈ। ਲੋੜ ਹੈ ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਲੇ। ਲੋੜ ਹੈ ਵਿਚਾਰ ਕਰਨ ਦੀ। ਅੱਗੇ ਚੱਲੀਏ। ਜਦੋਂ ਮੈਂ ਮਾਲਕ ਦੇ ਸਾਹਮਣੇ ਗਿਆ, ਤੁਸੀਂ ਇੱਥੇ ਆਏ, ਇਸੇ ਤਰ੍ਹਾਂ ਗੁਰੂ ਨਾਨਕ ਜੀ ਸੱਚਖੰਡ ਪਰਮੇਸ਼ਰ ਦੇ ਸਾਹਮਣੇ ਗਏ। ਜਿਵੇਂ ਤੁਸੀਂ ਇੱਥੇ ਆਏ ਇਵੇਂ ਉਹਦੇ ਸਾਹਮਣੇ ਗਏ ਤੇ ਉਹਨੇ ਬੜੀ ਕਿਰਪਾ ਕੀਤੀ। ਪਹਿਲਾਂ ਤਾਂ ਵੇਖਦਿਆਂ ਹੀ ਖਿੜ ਗਿਆ। ਖਸਮੈ ਕੇ ਦਰਬਾਰ ਢਾਡੀ ਵਸਿਆ। ਜਦੋਂ ਮੈਂ ਸਿਫਤ ਕਰਦਾ ਕਰਦਾ ਉਹਦੇ ਦਰ ਤੇ ਗਿਆ, ਸੱਚਾ ਖਸਮ ਕਲਾਨ ਉਹਦੀ ਸਿਫਤ ਕੀਤੀ। ਕਮਲ ਵਿਗਸਿਆ ਹਿਰਦਾ ਖਿੜ ਗਿਆ। ਖਸਮੋਂ ਪੂਰਾ ਪਾਏ, ਫਿਰ ਪਤਾ ਲੱਗਿਆ ਵੀ ਆਹ ਹੈ ਪੂਰਾ। ਮੈਂ ਤਾਂ ਉਹੀ ਭਟਕਦਾ ਫਿਰਦਾ ਸੀ। ਪੂਰਾ ਤਾਂ ਆਹ ਹੈ, ਇੱਧਰ ਆਹ ਹੈ ਤੇ ਉੱਧਰ ਉਹ ਹੈ। ਕਹੋ ਸਤਨਾਮ। ਬਾਬੇ ਨਾਨਕ ਜੀ ਦੀ ਸਾਖੀ ਹੈ, ਪਰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਨ ਜੀ ਸਗਲ ਜਹਾਨੇ। ਕੇਵਲ ਉੱਥੇ ਬੰਦ ਨਹੀਂ ਹੋਈ ਸਾਖੀ, ਉਹ ਸਾਖੀ ਸਾਡੇ ਵਾਸਤੇ ਆ ਹੈ। ਕਹੋ ਸਤਨਾਮ। ਗੁਰਬਾਣੀ ਇਹ ਮਾਰਗ ਦਰਸ਼ਨ ਕਰਦੀ ਹੈ ਸਾਡਾ। ਬਾਣੀ ਨੇ ਹੀ ਸਾਨੂੰ ਮਾਰਗ ਦਰਸ਼ਨ ਕਰਨਾ ਹੈ। ਇਸੇ ਨੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਔਗਣ ਦੱਸ ਕੇ ਉਹਨਾਂ ਨੂੰ ਕਢਾਉਣਾ ਹੈ ਤੇ ਇਹਦੇ ਵਿੱਚ ਦਇਆ ਜਤ ਸਤ ਸੰਤੋਖ ਨਿਮਰਤਾ ਆਦਿ ਇਹਨਾਂ ਗੁਣਾਂ ਨੂੰ ਪ੍ਰਵੇਸ਼ ਕਰਾਉਣਾ ਹੈ। ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ। ਜਦੋਂ ਮੈਂ ਸੱਚੇ ਸਤਿਗੁਰ ਕੋਲ ਗਿਆ, ਹੁਣ ਅੱਗੇ ਸਾਨੂੰ ਗਾਈਡ ਕਰਦੀ ਹੈ ਪਾਤਸ਼ਾਹ, ਜਿਹੜੇ ਸੱਚੇ ਸਤਿਗੁਰ ਨੂੰ ਸੇਵਦੇ ਆ। ਸੇਵ ਦੇ ਦੋਨੇ ਅਰਥ ਹੈ। ਸੇਵਨ ਦੇ ਅਰਥ ਦੋਨੇ ਹੈ, ਸਿਮਰਨ ਕਰਨਾ ਵੀ ਹੈ ਤੇ ਸੇਵਾ ਕਰਨਾ ਵੀ ਹੈ। ਜਿੱਥੇ ਗੁਰੂ ਅੰਗਦ ਦੇਵ ਜੀ ਨੇ ਬਾਬੇ ਨਾਨਕ ਜੀ ਦੇ ਬਚਨ ਮੰਨੇ, ਉੱਥੇ ਉਹਨਾਂ ਦੀ ਸੇਵਾ ਵੀ ਕੀਤੀ ਆ। ਕਹੋ ਸਤਨਾਮ। ਇੱਕ ਨਾਲ ਨਹੀਂ ਗੱਲ ਬਣਨੀ ਵੀ ਸੇਵਾ ਕਰੀ ਚੱਲੀਏ, ਹੁਕਮ ਨਾ ਮੰਨੀਏ। ਹੁਕਮ ਮੰਨੀ ਚੱਲੀਏ, ਸੇਵਾ ਨਾ ਕਰੀਏ। ਦੋਨੇ ਗੱਲਾਂ ਕਰਨੀਆਂ ਪੈਣਗੀਆਂ। ਪੰਛੀ ਦੇ ਦੋ ਖੰਭ ਹੁੰਦੇ। ਸਿੱਖ ਗੁਰੂ ਕਾ ਪੰਛੀ ਜਾਣੋ, ਸੇਵਾ ਸਿਮਰਨ ਪੰਖ ਪਛਾਣੋ। ਬਾਣੀ ਬਾਣਾ, ਇੱਥੇ ਸਿੰਘ ਦੀ ਗੱਲ ਕੀਤੀ ਹੈ। ਸਿੰਘ ਗੁਰੂ ਕਾ ਪੰਛੀ ਜਾਣੋ, ਬਾਣੀ ਤੇ ਬਾਣਾ। ਬਾਹਰੋਂ ਹੁਕਮ ਹੈ, ਪੰਜੇ ਕਕਾਰੇ ਬਾਣਾ ਹੈ ਤੇ ਬਾਣੀ ਅੰਦਰ। ਇਹ ਦੋਨੇ ਗੱਲ ਕਰਨਗੇ ਫਿਰ ਗੱਲ ਬਣਨੀ ਹੈ। ਤਾਂ ਆਖਰੀ ਪੰਕਤੀਆਂ ਵਿੱਚ ਬਾਬਾ ਜੀ ਕਹਿੰਦੇ, ਸੱਚਾ ਸਤਿਗੁਰ ਸੇਵਨ। ਜਿਹੜੇ ਸੱਚੇ ਸਤਿਗੁਰ ਨੂੰ ਸੇਵਦੇ ਆ, ਗੁਰੂ ਦੀ ਸ਼ਰਨ ਵਿੱਚ ਆਉਂਦੇ ਆ, ਮਾਰਗ ਸੱਚਾ ਮਾਰਗ ਦੱਸਿਆ ਉਹਨਾਂ ਨੂੰ। ਗੁਰੂ ਇੱਕ ਦਿਨ ਦਇਆ ਦੇ ਘਰ ਵਿੱਚ ਆ ਕੇ ਸੱਚਾ ਰਸਤਾ ਦੱਸਦਾ, ਇੱਥੋਂ ਦੀ ਜਾ ਓਏ, ਤੇਰਾ ਆਹ ਰਸਤਾ ਸਹੀ ਆ। ਕਹੋ ਸਤਨਾਮ ਸ੍ਰੀ। ਜਿਹਨੇ ਨਹੀਂ ਮੰਨੇ ਉਹ ਦੁਖੀ ਹੋਏ। ਅਜਾਮਲ ਇਹਨੇ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ। ਗੁਰੂ ਨੇ ਕਿਹਾ ਸੀਗਾ, ਪੁੱਤ ਤੂੰ ਮੇਰੇ ਕੋਲੇ ਪੜ੍ਹਨ ਵਾਸਤੇ ਆਉਣਾ। ਉਦੋਂ ਡੇਰਿਆਂ ਵਿੱਚ ਸਾਧੂਆਂ ਕੋਲੇ, ਭਜਨ ਬੰਦਗੀ ਵਾਲਿਆਂ ਕੋਲੇ ਜਾਂਦੇ ਸੀ ਲੋਕ ਪੜ੍ਹਨ ਵਾਸਤੇ, ਅਧਿਆਤਮ ਸਿੱਖਿਆ ਲੈਂਦੇ ਸੀ। ਇਹ ਜਾਂਦਾ ਸੀ ਇਹ ਵੀ। ਪੁੱਤ ਇਹ ਸ਼ਹਿਰ ਦੇ ਵਿਚਾਲ ਦੀ ਨਹੀਂ ਜਾਣਾ, ਬਾਰ-ਬਾਰ ਦੀ ਆਇਆ ਕਰ, ਬਾਰ-ਬਾਰ ਦੀ ਜਾਇਆ ਕਰ, ਫਿਰ ਨਹੀਂ ਉੱਤੋਂ ਦੀ। ਚੰਗਾ ਜੀ। ਜਾਂਦਾ ਰਿਹਾ ਕਾਫੀ ਸਮਾਂ। ਜਦੋਂ ਜਵਾਨ ਹੋ ਗਿਆ, ਉਹਦੇ ਹੁਕਮ ਛੱਡਤਾ। ਕਹਿੰਦਾ ਯਾਰ ਕੀ ਵਿਚਾਲੇ ਕੀ ਰੱਖੇ ਸ਼ਹਿਰ ਦੇ, ਫਿਰ ਕੀ ਹੋ ਜੂ। ਮੈਂ ਸਿੱਧਾ ਨੇੜੇ ਪੈਂਦਾ, ਸਿੱਧਾ ਵਿਚਾਲ ਦੀ ਟੱਪ ਜਾਣਾ। ਪਰ ਵਿਚਾਲ ਦੀ ਟੱਪਿਆ, ਉਹ ਮੇਨ ਗਲੀ 'ਚ ਬੇਸਵਾਵਾਂ ਦੇ ਕੋਠੇ ਸੀ, ਉੱਥੇ ਫਸ ਗਿਆ। ਕਹੋ ਸਤਨਾਮ ਸੀ। ਤਾਂ ਅੱਗੇ ਚੱਲੀਏ। ਸੱਚਾ ਮਾਰਗ ਫਿਰ ਗੁਰੂ ਦੱਸਦਾ ਵੀ ਸਿੱਖ ਨੇ ਕਿਹੜੇ ਰਸਤੇ ਜਾਣਾ ਹੈ, ਕਿਹੜਾ ਰਸਤਾ ਸਹੀ ਹੈ। ਸੱਚਾ ਸ਼ਬਦ ਵਿਚਾਰ ਕਾਲ ਵਿਧੁਸਿਆ। ਵਿਧੁਸਿਆ ਬਿਨ ਦੇਣਾ, ਤੀਰ ਮਾਰ ਕੇ।
जिन्हां ने गुरु के बचन नूं मन लिया उन्होंने मौत नूं भी मार लिया। कौन सतनाम सी। बाबा दीप सिंह साडे सामने उदाहरण है। शीश कट्टे जान तो बाद भी लड़ाई करते और अपना वादा पूरा करते और अपने शीश नूं रामदास जी के चरणों में पहुँचाते हैं। कौन सतनाम सी। जिन्हां ने सच्चे शब्द नूं विचार लिया, सच्चा शब्द विचार काल विधुसिया, ढाडी कथा अकथ शब्द सवारिया। हुण ये ढाडी भाव गुरु, गुरु की सिफत करने वाला फिर दुनिया नूं भी उहदी जानकारी दिंदा भी तुसीं भी ऐं कर लो, मैं भी ऐं कीता सी। कोई सतनाम सी। गुरु अर्जन देव महाराज जी एक दिन जोड़ियां भी सेवा करी जाते। बाबा बुढ़ा जी होरां ने देख लिया, महाराज तुसीं इत्थे किवें? ये तो संगतां कर लैणगियां। कहने बाबा जी मैनूं भी जीवन सफला कर लैण दिओ, मैं देखदा शायद कोई बाबे नानक की जुत्ती लभ जे विचों। कोई सतनाम सी। भाव गुरु साहिबां ने आप कीता ते सानूं उवें करन नूं कहा। उन्हां दे प्रैक्टिकल एक्सपैरीमेंट है, उन्होंने फिर सानूं भी दस्सिया भी तुसीं भी ऐं करो। आप ढाडी बन के परमेश्वर की सिफत की आ, सानूं भी सिफत करन लाया। ढाडी कथा अकथ शब्द सवारिया, जिन्हां ने उस अकथ नूं कथिया। भाव अकाल पुरख की समझ नहीं आई किसी को। कोई नदियां नूं रब मन के बह गया, कोई पशु पंछियां नूं, कोई पत्थर के बुत्तां नूं, कोई कबरां नूं। मतलब वो अकथ सीगा। उस अकथ नूं कथिया तो ढाडी गुरु नानक ने आके कहो सतनाम सी। ढाडी भाव उहदी सिफत की, जिन्हें उन्होंने समझ आई, उहदी सिफत करने वालियां ने उन्होंने कथिया। ढाडी कथा अकथ शब्द सवारिया, तो फिर उन्होंने उहदी कथा अनेकां ही शब्दों के विच कीती है। सारी गुरबाणी उहदी कथा है अकथ दी। आपां की कथा करांगे, ये तो कथा कीती पई, आपां तां रिपीट कर रहे हैं, पढ़ पढ़ के विचार रहे हैं। कोई सतनाम सी। कथा तो परमेश्वर की अकाल पुरख की बाबे नानक ने 10 जामियां विच वरत के कीती है। ये गुरु ग्रंथ साहब उहदी कथा ही आ। कोई सतनाम सी। अकथ की कथा है। तो जिद तुसीं चल पे फिर उत्थे जाके ये अखर भी खत्म हो जाएंगे। ज्योति जोत मिली संपूर्ण थी आराम। पहला अखरां नाल ही गल बननी है। एक माँ बच्चे नूं कहंदी ओ देख पुत चंद्रमा, वो कहना कित्थे आ, मैनूं दिसदा नहीं। माँ ने उंगल की वरतों की, कहंदी मेरी उंगल की कोल दी वेख। उंगल की कोल दी दिस गया, मुड़ के सदा ही देखण लग्या। कहो सतनाम सी। इस तरह गुरु साहब ने इन्हां शब्दों की वरतों करके सानू इशारे दिते भी इहदां विचों दी वेख तैन रब मैं दिखाउणा। कहो सतनाम सी। गुरबाणी राही वेख। ढाडी कथा अकथ शब्द सवारिया, नानक गुण गह रास। ये गुणा का खजाना है। गह फड़ना इनू हिरदे विच लै जा, दिमाग च लै जा, सुरत विच लै जा, शब्दां नूं फड़ लै। ये गुणां दा खजाना सांभ लै। आपां सांभ के रखिया होया गुरबाणी दा खजाना, जिहदे विच किसी दूसरे दी कलम नहीं चल सकती, ना चली है। पातशाह ने ऐसे लौक लाए आ शब्दां दे गिनती दे कि कोई इहदे विच इक अखर भी ऐड नहीं कर सकता। उसे दा पता लग जू जे कोई कोशिश करूगा। कहो सतनाम सी। तुरंत पता लग जू भी आह गल बाहरों आई है। गुरु साहब ने हर शब्द तो बाद अंकड़ा लाया, पूरे राग तो बाद पूरे अंकड़े लाते, किहड़े गुरु के किन्ने शब्द है, किहड़े भगत के किन्ने शब्द आ। ये लौक लगे हुए हैं ये भाव। ये गुणा का खजाना कीमती सी ना, तां गुरु अर्जन देव जी ने दिव्य दृष्टि नाल इसनूं बहुत सूझ-बूझ दे नाल तैयार किया। कहो सतनाम सी। ताकि इहदे विच कोई अपनी मनमत ना ऐड कर सके। ये गुरमत है। आखिरी पंक्ति विच बाबा जी कहने आओ ये गुणा के खजाने नूं लै लईए। प्यो दादे का खोल डिठा खजाना, ते जिदन मैं खोल के देखिया आनंद आ गया। प्यो दादे का खोल डिठा खजाना, ता मेरा मन भया निदाना। निधाना मेरे मन विच खजाना चलिया गया। रतन लाल जाका कछु न मोल, भरे भंडारा खोटा तोल। खावे खर्चा रन मिल भाई, तोट न आवे बद तो जाई। कहो नानक जिस मस्तक लेख लिखाए, सो एत खजाने
लिया रलाए आओ नानक गुण गहरास हर जीओ मिले प्यारिया तेनू हरी मिल जूगा। आ मेरा गुणा का खजाना सामभ के रखी। पैसों वटे वस्तु ले ली दी आ पर शब्द बदले परमेश्वर मिल सकता। को सतनाम श्री गुरु पातशाह कृपा करन ये शब्द संपूर्ण होया पौड़ी समेत। अगला शब्द है साडी हालत। बाबा नानक फिर दसदा साडी हालत। सलोक महला पहला खत्तियों जम्मे खत्ते करन ते खत्तियां विच पाहे। बेअंत गलतियां दे कारण असी टेढ़ियां जूना चो जमदे मरदे आए। आ बंदे बन के भी गलतियां कर रहे हैं। को सतनाम। ये विचार आप कल के दीवाना में सरवण करांगे। विचारा इत्थे रोकण की आग्ञा बख्शो। बोलदियां ने एक आखर बाद काट हो जाते। सिख संगतां दे सतगुरु बख्शण जोग है बख्श लेना जी। समाप्ति करिए। वाहिगुरु जी का खालसा वाहिगुरु जी की फतेह। वाहिगुरु वाहिगुरु वाहिगुरु। राम कली महला तीजा आनंद ओंकार सतगुर प्रसाद। आनंद पया मेरी माए सतगुरु मैं पाया सतगुर ता पाया। राग रतन परवा